Good morning. So, ਆਪਾਂ children's past lives ਦਾ next chapter I'm more than my body ਇਹ ਪੜ੍ਹ ਰਹੇ ਹਾਂ ਤੇ ਅੱਗੇ ਕੰਟੀਨਿਊ ਕਰਦੇ ਹਾਂ ਬੁੱਕ ਰੀਡਿੰਗ ਸੈਸ਼ਨ। ਸੋ ਇਹ ਰਿਗਰੈਸ਼ਨ ਤੋਂ ਬਾਅਦ ਜਿਹੜੀ ਨਾਰਮਲ ਨਾਲ ਕੀਤੀ ਸੀ, ਅਗਲੇ ਕੁਝ ਦਿਨਾਂ ਦੇ ਵਿੱਚ ਉਹਨੇ ਇਹ ਸਾਰੀ ਇਨਫੋਰਮੇਸ਼ਨ ਕੈਰਲ ਨੇ ਐਬਜ਼ੌਰਬ ਕੀਤੀ, ਜਿਹੜੀ ਵੀ ਇਸ ਰਿਗਰੈਸ਼ਨ ਦੇ ਵਿੱਚ ਉਹਨੇ ਰਿਕਾਲ ਕੀਤੀ ਸੀ। ਸੋ ਘਰ ਦਾ ਕੰਮ ਕਾਰ ਕਰਦਿਆਂ, ਭਾਂਡੇ ਕਰਦਿਆਂ, ਕੱਪੜੇ ਤਹਿਾਂ ਲਗਾਉਂਦਿਆਂ, ਬੱਚਿਆਂ ਨੂੰ ਇੱਧਰ ਉੱਧਰ ਉਹਨਾਂ ਦੀ ਐਕਟੀਵਿਟੀਜ਼ ਲਈ ਲੈ ਕੇ ਜਾਂਦੇ ਆ, ਹਰ ਵੇਲੇ ਉਹ ਇਨਫੋਰਮੇਸ਼ਨ ਪ੍ਰੋਸੈਸ ਕਰਦੀ ਰਹਿੰਦੀ ਸੀ। ਸੋ ਕਿਉਂਕਿ ਹੁਣ ਇਨ ਦਾ ਲਾਈਟ ਆਫ ਮਾਈ ਨਿਊ ਅੰਡਰਸਟੈਂਡਿੰਗ ਸਾਰੇ ਇਹ ਸੀਨ ਜੋ ਉਹਨੂੰ ਨਵੀਂ ਸਮਝ ਆਈ ਸੀ, ਉਹਦੇ ਹਿਸਾਬ ਨਾਲ, ਹੋਲੋਕਾਸਟ ਦੇ ਹਿਸਾਬ ਨਾਲ, ਪਿਆਨੋ ਲੈਸਨਸ, ਕਿਉਂ ਉਹ ਇੰਨਾ ਪਿਆਰ ਕਰਦੀ ਸੀ ਇਸ ਜਨਮ ਦੇ ਵਿੱਚ ਪਿਆਨੋ ਨੂੰ, ਅਤੇ ਕਿਉਂ ਕਿਸ ਤਰ੍ਹਾਂ ਉਹ ਇਸ ਜਨਮ 'ਚ ਵੀ ਉਹਨੂੰ ਫੇਫੜਿਆਂ ਦੀ ਬਿਮਾਰੀਆਂ ਤੰਗ ਕਰਦੀਆਂ ਸੀ। ਔਰ ਇੱਕ ਬਚਪਨ ਦੀ ਖੇਡ ਯਾਦ ਆਈ ਜਿਹਦੇ ਵਿੱਚ ਉਹ ਅਤੇ ਉਹਦੀਆਂ ਸਹੇਲੀਆਂ ਪੌੜੀਆਂ ਥੱਲੇ ਲੁਕਣ ਮਿਚੀ ਖੇਡਦੀਆਂ ਸੀ ਅਤੇ ਪ੍ਰਿਟੈਂਡ ਕਰਦੀਆਂ ਸੀ ਕਿ ਉਹ ਨਾਜ਼ੀਜ਼ ਤੋਂ ਲੁਕ ਰਹੀਆਂ ਨੇ, ਅਤੇ ਨਾਲ ਆਪਣੇ ਖਾਣੇ ਦੇ ਕੈਨ ਵੀ ਲੈ ਜਾਂਦੀਆਂ ਸੀ ਤਾਂ ਕਿ ਅਸੀਂ ਭੁੱਖੇ ਨਾ ਮਰ ਜਾਈਏ। ਸੋ ਹੁਣ ਉਹ ਜਦੋਂ ਪਿੱਛੇ ਨੂੰ ਸੋਚਦੀ ਅਤੇ ਉਹਨੂੰ ਓਬਵੀਅਸ ਕਨੈਕਸ਼ਨ ਦਿਖਦਾ। ਸੋ ਉਹਨੂੰ ਇੱਕ ਹੋਰ ਮਿਸਟਰੀ ਫਾਈਨਲੀ ਸਮਝ ਆ ਗਈ ਬਚਪਨ ਤੋਂ ਕਿ ਜਦੋਂ ਵੀ ਉਹ ਛੋਟੀ ਹੁੰਦੀ ਸੀ ਤਾਂ ਉਹਨੂੰ ਇੱਕ ਬਾਰ-ਬਾਰ ਇੱਕੋ ਸੁਪਨਾ ਆਉਂਦਾ ਸੀ, ਇੱਕ ਔਰਤ ਦਾ ਜਿਹਦੇ ਮੀਡੀਅਮ ਲੈਂਥ ਦੇ ਬਰਾਊਨ ਵਾਲ ਸੀ, ਮੈਰੂਨ ਕੋਟ ਸੀ, ਕਾਲੀ ਹੈਟ ਸੀ, ਸ਼ੋਲਡਰ ਬੈਗ ਚੁੱਕਿਆ ਹੋਇਆ ਸੀ ਅਤੇ ਸੜਕ ਦੇ ਉੱਤੇ, ਪੱਥਰਾਂ ਵਾਲੀ ਸੜਕ ਦੇ ਉੱਤੇ ਜਾ ਰਹੀ ਹੈ। ਬੈਕਗਰਾਊਂਡ ਦੇ ਵਿੱਚ ਉਹਨੂੰ ਇਹ ਦਿਖਦਾ ਹੈ, ਬਿਲਕੁਲ ਕਲੀਅਰ ਇਮੇਜ ਦਿਖਦਾ ਸੀ, ਕਦੀ ਉਹਨੂੰ ਭੁੱਲਦਾ ਨਹੀਂ ਸੀ। ਅਤੇ ਹਮੇਸ਼ਾ ਜਦੋਂ ਉਹਨੂੰ ਇਹ ਸੁਪਨਾ ਆਉਂਦਾ ਸੀ ਬਚਪਨ ਦੇ ਵਿੱਚ, ਅਤੇ ਉਹਨੂੰ ਇਹ ਲੱਗਦਾ ਸੀ ਕਿ ਜਦੋਂ ਮੈਂ ਵੱਡੀ ਹੋਊਂਗੀ ਤਾਂ ਮੈਂ ਇਹ ਔਰਤ ਬਣਨਾ ਹੈ, ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਇਹ ਤਾਂ ਪਿਛਲੇ ਜਨਮ ਦੀ ਯਾਦਾਸ਼ਤ ਹੈ। ਸੋ ਇਹ ਬਾਰ-ਬਾਰ ਉਹਨੂੰ ਆਉਂਦਾ ਸੀ ਸੁਪਨਾ, ਕਈ ਸਾਲ ਆਉਂਦਾ ਰਿਹਾ, ਪਰ ਜਦੋਂ ਲਾਸਟ ਟਾਈਮ ਆਇਆ ਸੀ ਰਿਗਰੈਸ਼ਨ ਤੋਂ ਕੁਛ ਹਫ਼ਤੇ ਪਹਿਲਾਂ, ਤਾਂ ਉਹ ਥੋੜ੍ਹਾ ਬਦਲ ਗਿਆ ਸੀ, ਉਹਦਾ ਪ੍ਰੋਗਰੈਸ ਕਰ ਗਿਆ ਸੀ। ਉਹਨੂੰ ਇਸ ਸੁਪਨੇ 'ਚ ਪਤਾ ਲੱਗ ਗਿਆ ਸੀ ਕਿ ਮੈਂ ਇਹ ਔਰਤ ਸੀ, ਬਣਨਾ ਨਹੀਂ ਹੈ, ਸੀ ਪਹਿਲਾਂ। ਅਤੇ ਉਸੇ ਸੜਕ 'ਤੇ ਉਸੇ ਤਰ੍ਹਾਂ ਉਹਨੂੰ ਆਪਣਾ ਵਾਪਸ ਤੁਰੇ ਜਾਂਦੇ ਨਜ਼ਰ ਆਇਆ, ਅਤੇ ਅੱਗੋਂ ਉਹਨੂੰ ਇੱਕ ਮਹਿਲਨੁਮਾ ਬਿਲਡਿੰਗ ਦੇ ਵਿੱਚੋਂ ਚਲੀ ਗਈ। ਉਹਦੇ ਵਿੱਚ ਵਿਚਾਲੇ ਵਿਹੜੇ ਵਰਗਾ ਕੋਰਟਯਾਰਡ ਸੀ ਅਤੇ ਬਿਲਕੁਲ ਉਹਨੂੰ ਸਾਫ਼ ਦਿਖਾਈ ਦਿੱਤਾ, ਅਤੇ ਉਹਨੇ ਉਹਦੀ ਫੋਟੋ ਵੀ ਬਣਾਈ, ਅਤੇ ਮੁੜ ਕੇ ਉਹ ਇੱਕ ਹਨੇਰੇ ਜਿਹੇ ਕਮਰੇ 'ਚ ਚਲੀ ਗਈ, ਸੱਜੇ ਪਾਸੇ ਜਿਹੜਾ ਸੀ ਉਸ ਵਿਹੜੇ ਦੇ, ਅਤੇ ਉਹਦੀ ਉੱਚੀ ਛੱਤ ਸੀ ਕਮਰੇ ਦੀ, ਬਹੁਤ ਸਾਰਾ ਐਂਟੀਕ ਫਰਨੀਸ਼ਿੰਗ ਸੀਗੀਆਂ, ਅਤੇ ਖਿੜਕੀਆਂ ਦੇ ਉੱਤੇ ਮੋਟੇ ਪਰਦੇ ਲਾਏ ਹੋਏ ਸੀ, ਲਾਈਟ ਬਿਲਕੁਲ ਬੰਦ ਕੀਤੀ ਹੋਈ ਸੀ। ਸੋ ਉੱਥੇ 3 ਬੰਦੇ ਬੈਠੇ ਸੀ ਯੂਨੀਫਾਰਮ ਪਾ ਕੇ ਡੈਸਕ ਦੇ ਪਿੱਛੇ, ਇੱਕ ਬੈਠਾ ਸੀ ਅਤੇ 2 ਖੜ੍ਹੇ ਸੀ ਉਹਦੇ ਆਲੇ ਦੁਆਲੇ। ਸੋ ਉਹ ਜਿਹੜਾ ਬੈਠਾ ਸੀ ਬੰਦਾ, ਉਹਦੇ ਕੋਲ ਜਾ ਕੇ ਕਹਿੰਦੀ, ਉਹਨੇ ਪੋਲਾਈਟਲੀ ਪੁੱਛਿਆ ਪਿਆਰ ਨਾਲ ਕਿ ਮੇਰਾ ਹਸਬੈਂਡ ਕਿੱਥੇ ਹੈ। ਸੋ ਉਹ ਇੱਕਦਮ ਉਹ ਚੁੱਪ ਰਹੇ, ਉਹਨਾਂ ਨੇ ਉਹਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ, ਜਿਵੇਂ ਕਿ ਮੈਂ ਸੀ ਨਹੀਂ ਉੱਥੇ। ਅਤੇ ਉਹਨੂੰ ਗੁੱਸਾ ਆ ਗਿਆ ਅਤੇ ਉਹਨੇ ਆਪਣੀ ਮੁੱਕੀ ਮਾਰੀ ਟੇਬਲ ਦੇ ਉੱਤੇ, ਅਤੇ ਅਟੈਂਸ਼ਨ ਮੰਗੀ ਉਹਨਾਂ ਦੀ, ਅਤੇ ਉੱਚੀ ਉੱਚੀ ਜਰਮਨ ਲੈਂਗੁਏਜ ਦੇ ਵਿੱਚ ਉਹ ਉਹਨਾਂ ਨੂੰ ਪੁੱਛਣ ਲੱਗੀ ਉਹੀ ਸਵਾਲ ਜਿਹੜੀ ਕਿ ਉਹਨੇ ਇਸ ਜਨਮ ਦੇ ਵਿੱਚ ਸਿੱਖੀ ਹੋਈ ਨਹੀਂ ਸੀ। ਸੋ ਉਹ ਸੁਪਨੇ 'ਚ ਉਹ ਜਰਮਨ 'ਚ ਬੋਲ ਰਹੀ ਹੈ, ਅਤੇ ਉਹ ਉਹਦੇ 'ਤੇ ਹੱਸਣ ਲੱਗ ਗਏ ਸਿਪਾਹੀ ਜਿਹੜੇ ਸੀ। ਸੋ ਉਹ ਕਮਰੇ 'ਚੋਂ ਬਾਹਰ ਆ ਗਈ ਇੱਕਦਮ, ਉਹ ਆਪਣੇ ਆਪ ਨੂੰ ਹਿਊਮੀਲੀਏਟਿਡ ਐਂਡ ਸਕੇਅਰਡ, ਆਪਣੇ ਆਪ ਨੂੰ ਬੇਇੱਜ਼ਤ ਹੋਇਆ ਅਤੇ ਡਰਿਆ ਹੋਇਆ ਮਹਿਸੂਸ ਕਰ ਰਹੀ ਸੀ। ਹਾਊ ਵਿਲ ਆਈ ਕੇਅਰ ਫॉर ਮਾਈ ਚਿਲਡਰਨ ਅਲੋਨ, ਮੈਂ ਇਕੱਲੀ ਕਿਵੇਂ ਆਪਣੇ ਬੱਚਿਆਂ ਦੀ ਦੇਖਭਾਲ ਕਰੂੰਗੀ, ਉਹ ਸੋਚ ਰਹੀ ਸੀ। ਤਾਂ ਸਿਰ ਲਟਕਾ ਕੇ, ਮੋਢੇ ਲਟਕਾ ਕੇ ਬਿਲਡਿੰਗ 'ਚੋਂ ਬਾਹਰ ਆਈ। ਸੋ ਜਿਹੜੇ ਉਹਨੂੰ ਇੱਕਦਮ ਜਰਮਨ ਵਰਡ ਯਾਦ ਆਏ ਸੀ, ਉਹ ਥੋੜ੍ਹੇ ਚਿਰ 'ਚ ਹੀ ਉਹਨੇ ਇਮੀਡੀਏਟਲੀ ਆਪਣੇ ਹਸਬੈਂਡ ਨੂੰ ਜਗਾਇਆ, ਅਤੇ ਉਹ ਜਰਮਨ ਵਰਡਸ ਇਨ ਬਿਨ ਉਹਨੇ ਰਿਪੀਟ ਕਰਕੇ ਆਪਣੇ ਹਸਬੈਂਡ ਨੂੰ ਸੁਣਾਏ, ਔਰ ਥੋੜ੍ਹੇ ਸਕਿੰਟਾਂ 'ਚੋਂ ਭੁੱਲ ਗਈ ਕਿ ਇਹ ਵਰਡਸ ਕੀ ਸੀ, ਪਰ ਭੁੱਲਣ ਤੋਂ ਪਹਿਲਾਂ ਉਹ ਆਪਣੇ ਹਸਬੈਂਡ ਨੂੰ ਬੋਲ ਕੇ ਦੱਸ ਚੁੱਕੀ ਸੀ। ਸੋ ਕਈ ਘੰਟੇ ਉਸ ਤੋਂ ਬਾਅਦ ਫੀਲਿੰਗ ਜੋ ਸੀ ਉਹਨੂੰ ਯਾਦ ਰਹੀ। ਸੋ ਰੈਕਰਿੰਗ ਡਰੀਮ ਦੇ ਵਿੱਚ ਇਹੀ ਔਰਤ ਨੂੰ ਦਿਖਦੀ ਰਹੀ ਜਿਹੜੀ ਉਹਨੇ ਰਿਗਰੈਸ਼ਨ ਦੇ ਦੌਰਾਨ ਦੇਖੀ ਸੀ। ਸੋ ਉਸ ਤੋਂ ਬਾਅਦ ਉਹਨੂੰ ਇਹ ਪਤਾ ਲੱਗ ਗਿਆ ਕਿ ਅਨਕੌਂਸ਼ੀਅਸ ਮਾਈਂਡ ਤੋਂ ਉਹਦੇ ਸੁਪਨਿਆਂ ਦੇ ਵਿੱਚ ਉਹਦੀਆਂ ਯਾਦਾਂ ਆਈਆਂ ਨੇ। ਸੋ ਰਿਗਰੈਸ਼ਨ ਤੋਂ ਬਾਅਦ ਉਹਨੂੰ ਕਦੇ ਸੁਪਨਾ ਆਇਆ ਹੀ ਨਹੀਂ,
ਤੇ ਜੋ ਉਹਨੂੰ ਬਚਪਨ ਦੇ ਵਿੱਚ ਹੋਰ ਇੱਕ ਇਨਸੀਡੈਂਟ ਜਿਹੜਾ ਸੀ ਉਹ ਜ਼ਿਆਦਾ ਕਲੀਅਰ ਹੋ ਗਿਆ। ਜਦੋਂ 3 ਜਾਂ 4 ਸਾਲ ਦੀ ਸੀ ਤਾਂ ਉਹ ਆਪਣੇ ਫਰਸ਼ ਤੇ ਬੈਠ ਕੇ ਲਿਵਿੰਗ ਰੂਮ ਦੇ ਖੇਡ ਰਹੀ ਸੀ। ਸੋ ਜਿਹੜਾ ਸੂਰਜ ਦੀ ਧੁੱਪ ਕਮਰੇ ਦੇ ਵਿੱਚ ਆ ਰਹੀ ਸੀ, ਚੜ੍ਹਦੇ ਸੂਰਜ ਦੀ, ਤੇ ਉਹਦੀ ਮਦਰ ਕਮਰੇ 'ਚ ਆਈ, ਉਹਨੇ ਕਲਾਸੀਕਲ ਪਿਆਨੋ ਰਿਕਾਰਡ ਲਗਾਤਾ ਰਿਕਾਰਡ ਪਲੇਅਰ 'ਤੇ। ਸਡਨਲੀ ਉਹ ਸਾਰੀ ਕਹਿੰਦੀ ਮੈਂ ਆਪਣੇ ਖੇਡਾਂ 'ਤੇ ਭੁੱਲ ਗਈ ਤੇ ਮੈਨੂੰ ਇੱਕਦਮ ਯਾਦ ਆ ਗਏ ਪਿਆਨੋ ਦੇ ਵਰਡਸ ਜਿਹੜੇ ਸੀ, ਤੇ ਉਹ ਨਾਲ ਉਹਨੇ ਗੁਣਗੁਣਾਉਣਾ ਸ਼ੁਰੂ ਕਰ ਦਿੱਤਾ। ਉਹ ਮਿਊਜ਼ਿਕ ਨਾਲ ਇੰਨਾ ਅਟੈਚਡ ਹੋ ਗਈ, ਉਹਨੂੰ ਉਹ ਮਿਊਜ਼ਿਕ ਆਉਂਦਾ ਸੀ ਤੇ ਨਾਲ ਗਾਣਾ ਸ਼ੁਰੂ ਕਰਤਾ। ਉਹਨੂੰ ਕਮਰਾ ਵੀ ਇੱਕਦਮ ਵੱਡਾ ਮਹਿਸੂਸ ਹੋਇਆ, ਆਪਣਾ ਆਪ ਵੀ ਐਕਸਪੈਂਡ ਹੋਇਆ ਮਹਿਸੂਸ ਹੋਇਆ। ਉਹਨੂੰ ਲੱਗਾ ਮੈਂ ਹਰ ਚੀਜ਼ ਦੇ ਨਾਲ ਮਰਜ ਕਰ ਰਹੀ ਹਾਂ। ਸੋ ਉਸੇ ਇਨਸਟੈਂਟ ਉਹਨੂੰ ਅਹਿਸਾਸ ਹੋਇਆ ਕਿ ਆਈ ਐਮ ਮੋਰ ਦੈਨ ਮਾਈ ਬਾਡੀ। ਸੋ ਉਹਨੂੰ ਹੁਣ ਪਤਾ ਲੱਗ ਗਿਆ ਸੀ ਕਿ ਇਹ ਮਿਊਜ਼ਿਕ ਹੋ ਸਕਦਾ ਉਹਨੇ ਆਪਣੇ ਪਿਛਲੇ 2 ਜਨਮਾਂ ਦੇ ਵਿੱਚੋਂ ਕਿਸੇ ਜਨਮ ਦੇ ਵਿੱਚ ਬੜੀ ਵਾਰੀ ਪਲੇ ਕੀਤਾ ਹੋਇਆ ਖੁਦ। ਸੋ ਉਹਨੂੰ ਪੋਇਟਰੀ ਬਾਰ-ਬਾਰ ਫੇਰ ਯਾਦ ਆਉਂਦੀ ਸੀ, ਟੂ ਬੀ ਕੌਨਸ਼ੀਅਸ ਇਜ਼ ਨਾਟ ਟੂ ਬੀ ਇਨ ਟਾਈਮ। ਸੋ ਉਹਨੂੰ ਇਹ ਐਕਸਪੀਰੀਅੰਸ ਆਪਣੇ ਇਸ ਬਚਪਨ ਦਾ ਯਾਦ ਆਇਆ। ਜਦੋਂ ਉਹ ਆਪਣੇ ਬੋਸਟਨ ਬੜੇ ਸਾਲਾਂ ਦੇ ਬਾਅਦ ਬੋਸਟਨ ਇੱਕ ਬੈਂਚ 'ਤੇ ਬੈਠੀ ਸੀ, ਉਸ ਵੇਲੇ ਯਾਦ ਆਇਆ। ਥੈਂਕ ਯੂ ਵੈਰੀ ਮੱਚ। ਇਸ ਤੋਂ ਨੈਕਸਟ ਮੈਮਰੀਜ਼ ਆਪਾਂ ਨੈਕਸਟ ਐਪੀਸੋਡ ਵਿੱਚ ਦੇਖਾਂਗੇ। ਲਾਈਕ, ਸਬਸਕ੍ਰਾਈਬ ਐਂਡ ਸ਼ੇਅਰ ਕਰ ਦਿਓ ਔਰ ਬੈਲ ਆਈਕਨ ਦਬਾ ਦਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਵੀ ਆ ਜਾਵੇ ਅਤੇ ਜਾਣਕਾਰੀ ਵੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਥੈਂਕ ਯੂ, ਬਾਏ ਬਾਏ।